ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਗੁਰੂ ਸਾਹਿਬਾਂ ਦੇ ਉਪਦੇਸ਼ ਅਤੇ ਜੀਵਨ ਦੇ ਪੂਰਨਿਆਂ ਦਾ ਸਦਕਾ ਅਨੇਕਾਂ ਹਿੰਦੂ ਤੇ ਮੁਸਲਮਾਨ ਸਿੱਖੀ ਧਾਰਨ ਕਰਦੇ ਜਾਂਦੇ ਸਨ। ਅਸਾਂ ਵੇਖਿਆ ਹੈ ਕਿ ਜਿਹੜੀਆਂ 22 ਮੰਜੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਲਈ ਕਾਇਮ ਕੀਤੀਆਂ ਸਨ, ਉਹਨਾਂ ਵਿੱਚੋਂ ਇੱਕ ਲਈ ਮੁਸਲਮਾਨੋਂ ਹੋਏ ਇੱਕ ਸਿੱਖ ਅੱਲਾ ਯਾਰ ਖਾਂ ਨੂੰ ਨਿਯਤ ਕੀਤਾ ਗਿਆ ਸੀ। ਮੁਸਲਮਾਨਾਂ ਦਾ ਸਿੱਖ ਹੋ ਜਾਣਾ ਇੱਕ ਅਜਿਹਾ ਮਾਮਲਾ ਸੀ ਜਿਸ ਤੋਂ ਸ਼ਰਧੀ ਕੱਟੜ ਮੁਸਲਮਾਨ ਬਹੁਤ ਤੈਸ਼ ਵਿੱਚ ਆਏ। ਹਾਕਮ ਕੌਮ ਦੇ ਉਹ ਲੋਕ ਜਿਨ੍ਹਾਂ ਨੇ ਕਾਫਰਾਂ ਨੂੰ ਕਲਮਾ ਪੜ੍ਹਾ ਕੇ ਇਸਲਾਮ ਦੇ ਘੇਰੇ ਵਿੱਚ ਲਿਆਉਣ ਦਾ ਫਰਜ਼ ਆਪਣੇ ਜੁੰਮੇ ਲਿਆ ਸੀ, ਮੋਮਨਾਂ ਨੂੰ ਕਾਫਰ ਬਣਦੇ ਵੇਖ ਕੇ ਕਦ ਤੇ ਕਿੱਦਾਂ ਚੁੱਪ ਰਹਿ ਸਕਦੇ ਸਨ। ਉੱਧਰੋਂ ਬ੍ਰਾਹਮਣ ਤੇ ਹੋਰ ਉੱਚ ਜਾਤੀਆਂ ਹਿੰਦੂ ਗੁਰੂ ਸਾਹਿਬਾਂ ਦੇ ਚੌਹਾਂ ਵਰਨਾਂ ਜਾਤਾਂ ਨੂੰ ਇੱਕ ਮਿੱਕ ਕਰਨ, ਛੂਤ ਛਾਤ ਅਤੇ ਹੋਰ ਧਾਰਮਿਕ ਭਰਮਾਂ ਨੂੰ ਤਿਆਗਣ ਤੋਂ ਆਪਣਾ ਧਰਮ ਭ੍ਰਿਸ਼ਟ ਹੋ ਰਿਹਾ ਮੰਨਦੇ ਸਨ। ਉਹਨਾਂ ਸਭ ਨੇ ਅਕਬਰ ਦੇ ਵੇਲੇ ਵੀ ਗੁਰੂ ਸਾਹਿਬਾਂ ਦੇ ਵਿਰੁੱਧ ਸ਼ਿਕਾਇਤਾਂ ਲਾਈਆਂ, ਪਰ ਉਸ ਖੁੱਲ੍ਹ ਦਿਲੇ ਬਾਦਸ਼ਾਹ ਨੂੰ ਸਿੱਖੀ ਅਸੂਲਾਂ, ਸਿੱਖੀ ਦੀ ਰਹਿਤ ਮਰਿਆਦਾ ਤੇ ਰਹਿਣੀ ਬਹਿਣੀ ਅਤੇ ਸਿੱਖੀ ਦੇ ਪ੍ਰਚਾਰ ਢੰਗ ਵਿੱਚ ਕੋਈ ਮਾੜੀ ਗੱਲ ਨਾ ਦਿੱਤੀ। ਉਸ ਨੇ ਨਾ ਕੇਵਲ ਦਖਲ ਦੇਣੋਂ ਹੀ ਨਾ ਕਰ ਦਿੱਤੀ, ਸਗੋਂ ਸ਼ਰਧਾ ਵੀ ਪ੍ਰਗਟ ਕੀਤੀ ਅਤੇ ਸੇਵਾ ਸਹਾਇਤਾ ਵੀ ਕੀਤੀ। ਪਰ ਅਕਬਰ ਬਾਦਸ਼ਾਹ ਸੰਨ 1605 ਸੰਮਤ 1662 ਵਿੱਚ ਚੜ੍ਹਾਈ ਕਰ ਗਿਆ। ਉਸ ਦਾ ਪੁੱਤ ਜਹਾਂਗੀਰ ਬਾਦਸ਼ਾਹ ਬਣਿਆ। ਉਹ ਇੱਕ ਤਾਂ ਉਂਝ ਹੀ ਕੱਟੜ ਤੇ ਮਜ਼ਹਬੀ ਈਰਖਾ ਦਾ ਭਰਿਆ ਹੋਇਆ ਸੀ, ਦੂਜੇ ਤਖ਼ਤ ਦੀ ਪ੍ਰਾਪਤੀ ਲਈ ਮੁਸਲਮਾਨਾਂ ਦੀ ਸਹਾਇਤਾ ਲੈਣ ਵਾਸਤੇ ਉਸ ਨੇ ਉਹਨਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਸ਼ਰਅ ਉੱਪਰ ਚੱਲਾਂਗਾ ਅਤੇ ਦੀਨ ਦੀ ਰੱਖਿਆ ਅਤੇ ਤਰੱਕੀ ਕਰਾਂਗਾ। ਅਜਿਹੀ ਨੀਤੀ ਵਾਲੇ ਅਜਿਹੇ ਬਾਦਸ਼ਾਹ ਦੇ ਸਮੇਂ ਗੁਰੂ ਜੀ ਦੇ ਵੈਰੀਆਂ ਵਿਰੋਧੀਆਂ ਨੂੰ ਆਪਣੇ ਮਲੀਨ ਮਨਾਂ ਦੇ ਗੁਫਰ ਕੱਢਣ ਦਾ ਮੌਕਾ ਮਿਲਣਾ ਬਹੁਤ ਸੌਖਾ ਸੀ। ਉਹਨਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਅੱਗੋਂ ਉਹ ਸੀ ਕੰਨਾਂ ਦਾ ਕੱਚਾ ਅਤੇ ਮਜ਼ਹਬੀ ਈਰਖਾਲੂ। ਨਤੀਜਾ ਇਹ ਹੋਇਆ ਕਿ ਉਸ ਦਾ ਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਈਰਖਾ ਤੇ ਵੈਰ ਦੇ ਜ਼ਹਿਰ ਨਾਲ ਭਰ ਗਿਆ। ਉਹ ਮੰਨ ਬੈਠਾ ਕਿ ਗੁਰੂ ਜੀ ਇਸਲਾਮ ਨੂੰ ਢਾਹ ਲਾਈ ਜਾ ਰਹੇ ਹਨ। ਉਸ ਨੇ ਪੱਕਾ ਇਰਾਦਾ ਕਰ ਲਿਆ ਕਿ ਜਾਂ ਤਾਂ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਇਸਲਾਮ ਦਾ ਵਾਅਦਾ ਕੀਤਾ ਜਾਵੇ, ਜਾਂ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਅਤੇ ਇਸਲਾਮ ਨੂੰ ਲੱਗੀ ਇਸ ਢਾਹ ਨੂੰ ਥੰਮਿਆਂ ਤੇ ਬੰਦ ਕੀਤਾ ਜਾਵੇ। ਇਸ ਇਰਾਦੇ ਦਾ ਬਿਆਨ ਉਸ ਨੇ ਆਪਣੀ ਹੱਥੀਂ ਆਪਣੀ ਸਹਿਜੀਵਨੀ ਤੋਜਿਕ ਜਹਾਂਗੀਰੀ ਵਿੱਚ ਗੁਰੂ ਜੀ ਦੀ ਸ਼ਹੀਦੀ ਤੋਂ 6 ਦਿਨ ਮਗਰੋਂ 6 ਜੂਨ ਸੰਨ 1606 ਨੂੰ ਇਉਂ ਕੀਤਾ ਹੈ। ਗੋਇੰਦਵਾਲ ਵਿੱਚ, ਜੋ ਕਿ ਦਰਿਆ ਬਿਆਸ ਦੇ ਕੰਢੇ 'ਤੇ ਵਾਕਿਆ ਹੈ, ਪੀਰਾਂ ਫਕੀਰਾਂ ਦੇ ਭੇਸ ਵਿੱਚ ਗੁਰੂ ਅਰਜਨ ਨਾਂ ਦਾ ਇੱਕ ਹਿੰਦੂ ਸੀ। ਉਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਨੂੰ ਨਹੀਂ, ਸਗੋਂ ਕਈ ਬੇਸਮਝ ਤੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਢੰਗ ਤਰੀਕਿਆਂ ਤੇ ਉਪਦੇਸ਼ਾਂ ਦਾ ਸਿਦਕੀ ਬਣਾ ਕੇ ਆਪਣੀ ਪੀਰੀ ਵਡਿਆਈ ਅਤੇ ਰੱਬ ਨਾਲ ਨਜ਼ਦੀਕੀ ਦਾ ਜਾਂ ਪੀਰ ਤੇ ਵਲੀ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਆਖਦੇ ਸਨ ਅਤੇ ਸਾਰਿਆਂ ਪਾਸਿਆਂ ਤੋਂ ਮੂਰਖ ਅਤੇ ਮੂਰਖਾਂ ਦੇ ਪੁਜਾਰੀ ਲੋਕ ਉਸ ਦੇ ਦੁਆਲੇ ਆ ਜੁੜਦੇ ਸਨ ਅਤੇ ਉਸ ਉੱਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ। 3-4 ਪੀੜ੍ਹੀਆਂ ਤੋਂ ਉਹਨਾਂ ਨੇ ਇਹ ਦੁਕਾਨ ਗਰਮ ਕਰ ਰੱਖੀ ਹੋਈ ਸੀ। ਮੁੱਦਤਾਂ ਤੋਂ ਮੇਰੇ ਦਿਲ ਵਿੱਚ ਖਿਆਲ ਆਇਆ ਕਰਦਾ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਜਾਂ ਉਸ ਨੂੰ ਮੁਸਲਮਾਨਾਂ ਦੇ ਮਤ ਵਿੱਚ ਲਿਆਉਣਾ ਚਾਹੀਦਾ ਹੈ। ਇਹ ਗੱਲ ਇਤਿਹਾਸਕ ਤੌਰ 'ਤੇ ਗਲਤ ਹੈ। ਗੋਇੰਦਵਾਲ ਵਿੱਚ ਤਾਂ ਤੀਜੇ ਗੁਰੂ ਸਾਹਿਬ ਹੀ ਰਹੇ ਸਨ। ਉਹਨਾਂ ਦੇ ਜੋਤੀ ਜੋਤ ਸਮਾਉਣ ਮਗਰੋਂ ਚੌਥੇ ਗੁਰੂ ਜੀ ਪਰਿਵਾਰ ਸਮੇਤ ਗੁਰੂ ਕੇ ਚੱਕ ਅੰਮ੍ਰਿਤਸਰ ਜਾ ਟਿਕੇ ਸਨ। ਆਪਣੀ ਸੱਚਖੰਡ ਵਾਪਸੀ ਦੇ ਸਮੇਂ ਉਹ ਗੋਇੰਦਵਾਲ ਜ਼ਰੂਰ ਆਏ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਵੀ ਉੱਥੋਂ ਹੀ ਲੱਗਾ ਸੀ, ਪਰ ਫਿਰ ਉਹ ਗੁਰੂ ਕੇ ਚੱਕ ਵਾਪਸ ਚਲੇ ਗਏ ਸਨ। ਜਹਾਂਗੀਰ ਦਾ ਇਹ ਬਿਆਨ ਦੱਸਦਾ ਹੈ ਕਿ ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਗੁਰੂ ਜੀ ਰਹਿੰਦੇ ਕਿੱਥੇ ਸਨ। ਉਹ ਸੁਣੀਆਂ ਸੁਣਾਈਆਂ ਗੱਲਾਂ ਨੂੰ ਪੁੱਛ ਪੜਤਾਲ ਕੀਤੇ ਬਿਨਾਂ ਸੱਚੀਆਂ ਮੰਨ ਕੇ ਫੈਸਲੇ ਕਰ ਚੁੱਕਿਆ ਹੋਇਆ ਸੀ। ਜਦੋਂ ਗੁਰੂ
ਜੀ ਦੇ ਤੇ ਸਿੱਖ ਧਰਮ ਦੇ ਵੈਰੀ ਵਿਰੋਧੀ ਜਹਾਂਗੀਰ ਦੇ ਮਨ ਵਿੱਚ ਅਜਿਹੇ ਈਰਖਾ ਵਾਲੇ ਖਿਆਲ ਅੱਤ ਕਰ ਕਤਨ ਦੇ ਇਰਾਦੇ ਭਰਨ ਵਿੱਚ ਸਫਲ ਹੋ ਗਏ ਤਾਂ ਉਹਨਾਂ ਲਈ ਬਾਕੀ ਕੰਮ ਬਹੁਤ ਸੌਖਾ ਹੋ ਗਿਆ। ਬਸ ਜਹਾਂਗੀਰ ਨੂੰ ਕੋਈ ਅਜਿਹਾ ਬਹਾਨਾ ਹੀ ਬਣਾ ਕੇ ਦੇਣ ਦੀ ਲੋੜ ਸੀ ਜਿਸ ਦੇ ਆਧਾਰ 'ਤੇ ਉਹ ਗੁਰੂ ਜੀ ਨੂੰ ਹੱਥ ਪਾ ਸਕਦਾ। ਅਜਿਹਾ ਮੌਕਾ ਜਹਾਂਗੀਰ ਵਿਰੁੱਧ ਉਸਦੇ ਆਪਣੇ ਪੁੱਤਰ ਖੁਸਰੋ ਦੀ ਬਗਾਵਤ ਨੇ ਦੇ ਦਿੱਤਾ। ਖੁਸਰੋ ਆਗਰੇ ਤੋਂ ਪੰਜਾਬ ਵੱਲ ਨੂੰ ਆਇਆ। ਉਸ ਦਾ ਪਿੱਛਾ ਕਰਦਾ ਕਰਦਾ ਜਹਾਂਗੀਰ ਸੁਲਤਾਨਪੁਰ, ਗੋਂਦਵਾਲ, ਤਰਨਤਾਰਨ ਹੁੰਦਾ ਹੋਇਆ ਲਾਹੌਰ ਪੁੱਜਾ। ਰਾਹ ਵਿੱਚ ਉਹ ਹਰ ਥਾਂ ਉਹਨਾਂ ਲੋਕਾਂ ਦਾ ਪਤਾ ਕਰਦਾ ਤੇ ਉਹਨਾਂ ਨੂੰ ਸੱਚਾਈ ਦਿੰਦਾ ਆਇਆ ਜਿਨ੍ਹਾਂ ਨੇ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਪ੍ਰਗਟ ਕੀਤੀ ਸੀ ਜਾਂ ਸਹਾਇਤਾ ਦਿੱਤੀ ਸੀ। ਜਿਹਾ ਕਿ ਸ਼ੇਖ ਨਿਜ਼ਾਮ ਥਾਨੇਸਰੀ ਨੇ ਖੁਸਰੋ ਦੇ ਹੱਕ ਵਿੱਚ ਅਰਦਾਸ ਕੀਤੀ ਸੀ। ਇਸ ਗੱਲ ਦਾ ਪਤਾ ਜਹਾਂਗੀਰ ਨੂੰ ਥਾਨੇਸਰ ਵਿੱਚ ਹੀ ਲੱਗ ਗਿਆ ਸੀ। ਉਸ ਬਾਬਤ ਉਹ ਆਪ ਲਿਖਦਾ ਹੈ, ਮੈਂ ਖਵਾਜੇ ਨੂੰ ਸਫ਼ਰ ਖਰਚ ਦੇ ਕੇ ਮੱਕੇ ਨੂੰ ਤੋਰ ਦਿੱਤਾ। ਹੋਰਨਾਂ ਨਾਲ ਬੜਾ ਕਰੜਾ ਸਲੂਕ ਹੁੰਦਾ ਰਿਹਾ। ਗੋਂਦਵਾਲ ਤੇ ਤਰਨਤਾਰਨ ਹੁੰਦਾ ਹੋਇਆ ਜਹਾਂਗੀਰ ਲਾਹੌਰ ਪੁੱਜਾ। ਇੱਕ ਇਤਿਹਾਸਕਾਰ ਦੇ ਕਥਨ ਮੁਜਬ ਗੁਰੂ ਜੀ ਓਨੀ ਦਿਨੀ ਤਰਨਤਾਰਨ ਸਨ। ਨਾ ਇੰਨੀ ਥਾਈਂ ਅਤੇ ਨਾ ਹੀ ਰਾਹ ਵਿੱਚ ਹੋਰ ਕਿਸੇ ਥਾਂ ਇਹ ਰਿਪੋਰਟ ਜਾਂ ਭਿਣਕ ਤੀਕ ਵੀ ਮਿਲੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਪ੍ਰਗਟ ਕੀਤੀ ਹੈ ਜਾਂ ਉਹ ਉਹਨਾਂ ਨੂੰ ਮਿਲਿਆ ਵੀ। ਜੇ ਕਿਤੇ ਖੁਸਰੋ ਗੁਰੂ ਜੀ ਨੂੰ ਠੀਕ ਹੀ ਮਿਲਿਆ ਹੁੰਦਾ ਤਾਂ ਗੁਰੂ ਜੀ ਨੇ ਉਸ ਨਾਲ ਕਿਸੇ ਸ਼ਕਲ ਵਿੱਚ ਹਮਦਰਦੀ ਪ੍ਰਗਟ ਕੀਤੀ ਹੁੰਦੀ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦਿੱਤੀ ਹੁੰਦੀ ਤਾਂ ਗੁਰੂ ਜੀ ਦੇ ਕੱਟੜ ਵੈਰੀ ਕਦੋਂ ਫਰਕ ਕਰਦੇ, ਉਹ ਸਗੋਂ ਕੱਛਾਂ ਮਾਰਦੇ। ਗੋਂਦਵਾਲ ਜਾਂ ਤਰਨਤਾਰਨ ਹੀ ਉਸ ਪਾਸ ਪਹੁੰਚਦੇ ਅਤੇ ਗੁਰੂ ਜੀ ਵਿਰੁੱਧ ਰਿਪੋਰਟ ਕਰਕੇ ਆਪਣੇ ਈਰਖਾ ਨਾਲ ਸੜ ਰਹੇ ਦਿਲਾਂ ਨੂੰ ਠੰਡਾ ਕਰਦੇ। ਨਾਲੇ ਥਾਂ ਥਾਂ ਹੁਕੂਮਤ ਦੇ ਪੱਖੀ ਵਫਾਦਾਰ ਉਹ ਜਿਹੇ ਬੰਦੇ ਵੀ ਸਨ ਜਿਹੋ ਜਿਹਿਆਂ ਨੇ ਬਾਦਸ਼ਾਹ ਨੂੰ ਸ਼ੇਖ ਨਿਜ਼ਾਮਦੀਨ ਆਦਿ ਵਰਗੇ ਖੁਸਰੋ ਦੇ ਹਮਦਰਦੀਆਂ ਦੀ ਰਿਪੋਰਟ ਦਿੱਤੀ ਸੀ। ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਉਹ ਭਲਾ ਗੁਰੂ ਜੀ ਦਾ ਕਦ ਲਿਹਾਜ਼ ਕਰਦੇ। ਉਹ ਵੀ ਜ਼ਰੂਰ ਹੀ ਗੁਰੂ ਜੀ ਦੀ ਖੁਸਰੋ ਨਾਲ ਕੀਤੀ ਮੁਲਾਕਾਤ ਤੇ ਹਮਦਰਦੀ ਦੀ ਰਿਪੋਰਟ ਬਾਦਸ਼ਾਹ ਨੂੰ ਦਿੰਦੇ। ਉਹਨਾਂ ਦਾ ਉਸ ਸਮੇਂ ਜਾਂ ਉਹਨਾਂ ਤਾਈਂ ਅਜਿਹਾ ਨਾ ਕਰਨਾ ਹੀ ਦੱਸਦਾ ਹੈ ਕਿ ਅਵਲ ਤਾਂ ਖੁਸਰੋ ਗੁਰੂ ਜੀ ਨੂੰ ਮਿਲਿਆ ਹੀ ਨਹੀਂ ਸੀ ਤੇ ਜੇ ਤਰਨਤਾਰਨ ਵਿੱਚ ਦੀ ਲੰਘਦਾ ਹੋਇਆ ਉਹ ਉਹਨਾਂ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੇ ਦਰਬਾਰ ਹਾਜ਼ਰ ਵੀ ਹੋ ਗਿਆ ਹੋਵੇਗਾ ਤਾਂ ਇਹ ਕੋਈ ਉਚੇਚੀ ਜਾਂ ਅਨੋਖੀ ਗੱਲ ਨਹੀਂ ਸੀ। ਪਰ ਜੇ ਕਿਤੇ ਉਹ ਕੇਵਲ ਮਿਲਿਆ ਹੀ ਹੁੰਦਾ ਤਾਂ ਵੀ ਗੁਰੂ ਘਰ ਦੇ ਦੋਖੀਆਂ ਨੇ ਖੰਭਾਂ ਦੀਆਂ ਡਾਰਾਂ ਬਣਾ ਕਤਨੀਆਂ ਸਨ। ਪਰ ਉਹਨਾਂ ਨੇ ਇੰਨੀ ਥਾਈਂ ਕਿਤੇ ਵੀ ਜਹਾਂਗੀਰ ਨੂੰ ਖੁਸਰੋ ਦੀ ਗੁਰੂ ਜੀ ਨਾਲ ਮੁਲਾਕਾਤ ਦੀ ਰਿਪੋਰਟ ਨਾ ਦਿੱਤੀ। ਕਾਰਨ ਇਹ ਸੀ ਕਿ ਓਨੀ ਥਾਈਂ ਮੌਕੇ ਉੱਤੇ ਪੁੱਛ ਪੜਤਾਲ ਹੋ ਕੇ ਸੱਚ ਝੂਠ ਦਾ ਨਿਰਣਾ ਝੱਟ ਹੋ ਸਕਦਾ ਸੀ ਅਤੇ ਝੂਠੀਆਂ ਰਿਪੋਰਟਾਂ ਦੇਣ ਵਾਲਿਆਂ ਨੂੰ ਆਪਣੀਆਂ ਜਾਨਾਂ ਦੇ ਲਾਲੇ ਪੈ ਜਾਣੇ ਸਨ। ਜੇ ਗੱਲ ਸੱਚੀ ਹੁੰਦੀ ਤਾਂ ਉਹ ਲੋਕ ਉੱਥੇ ਹੀ ਬਾਦਸ਼ਾਹ ਨੂੰ ਮਿਲਦੇ। ਉਹ ਮੌਕੇ 'ਤੇ ਤਫਤੀਸ਼ ਕਰਦਾ ਅਤੇ ਜੁਰਮ ਸਾਬਤ ਹੋਣ 'ਤੇ ਗੁਰੂ ਜੀ ਨੂੰ ਜਾਂ ਤਾਂ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦਾ ਜਾਂ ਉੱਥੇ ਹੀ ਸਜ਼ਾ ਦੇ ਜਾਂਦਾ। ਜ਼ਿਕਰ ਉਹ ਹਰ ਥਾਂ ਕਰਦਾ ਆਇਆ ਸੀ ਪਰ ਅਜਿਹਾ ਨਾ ਕੀਤਾ ਗਿਆ। ਜਹਾਂਗੀਰ ਲਾਹੌਰ ਪੁੱਜਾ। ਖੁਸਰੋ ਤੇ ਉਸਦੇ ਸਾਥੀਆਂ ਨੂੰ ਝਨਾ ਦੇ ਕੰਢੇ ਤੋਂ ਫੜ ਕੇ ਲਾਹੌਰ ਲਿਜਾਂਦਾ ਗਿਆ ਤੇ ਸਭ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਮਹੀਨਾ ਕੁ ਬੀਤ ਗਿਆ। ਕਿਸੇ ਨੇ ਵੀ ਗੁਰੂ ਜੀ ਵਿਰੁੱਧ ਕੋਈ ਰਿਪੋਰਟ ਨਾ ਕੀਤੀ। ਪਰ ਜਦੋਂ ਉਹ ਉੱਥੋਂ ਤੁਰਨ ਨੂੰ ਤਿਆਰ ਹੋਇਆ ਤਾਂ ਗੁਰੂ ਜੀ ਦੇ ਦੋਖੀਆਂ ਵੈਰੀਆਂ ਨੇ ਗੋਂਦ ਬਣਾ ਕੇ ਝੂਠੀ ਕਹਾਣੀ ਘੜੀ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ। ਉਹਨਾਂ ਨੇ ਉਸ ਦੀ ਸਹਾਇਤਾ ਕੀਤੀ ਸੀ, ਉਸ ਨੂੰ ਕੇਸਰ ਦਾ ਟਿੱਕਾ ਲਾਇਆ ਸੀ ਆਦਿ। ਇਸ ਬਾਬਤ ਜਹਾਂਗੀਰ ਇਉਂ ਲਿਖਦਾ ਹੈ, ਤਦੋਂ ਇੰਨੀ ਦਿਨੀ ਖੁਸਰੋ ਨੇ ਇਸ ਰਾਹ ਦਰਿਆ ਪਾਰ ਕੀਤਾ। ਇਸ ਮੂਰਖ ਆਦਮੀ ਖੁਸਰੋ ਨੇ ਇਰਾਦਾ ਕੀਤਾ ਕਿ ਉਸ ਗੁਰੂ ਜੀ ਦੀ ਸੇਵਾ ਜਾਂ ਮੁਲਾਕਾਤ ਪ੍ਰਾਪਤ ਕੀਤੀ ਜਾਵੇ ਜਿਸ ਥਾਂ ਕਿ ਉਸ ਗੁਰੂ ਜੀ ਦਾ ਟਿਕਾਣਾ ਸੀ। ਉੱਥੇ ਹੀ ਖੁਸਰੋ ਨੇ ਉਤਾਰਾ ਕੀਤਾ। ਉੱਥੇ ਪਹੁੰਚ ਕੇ ਇਹ ਉਸ ਨੂੰ ਮਿਲਿਆ
ਅਤੇ ਕੁਝ ਮਿੱਥੀਆਂ ਹੋਈਆਂ ਗੱਲਾਂ ਉਸ ਨੂੰ ਸੁਣਾਈਆਂ ਅਤੇ ਉਸਨੇ ਕੇਸਰ ਨਾਲ ਇੱਕ ਉਂਗਲ ਇਸ ਦੇ ਮੱਥੇ ਉੱਤੇ ਲਾਈ, ਜਿਸ ਨੂੰ ਹਿੰਦੂ ਤਿਲਕ ਆਖਦੇ ਹਨ ਅਤੇ ਚੰਗਾ ਸ਼ਗਨ ਸਮਝਦੇ ਹਨ। ਇਹ ਰਿਪੋਰਟ ਜਹਾਂਗੀਰ ਨੂੰ ਉਸ ਵੇਲੇ ਦਿੱਤੀ ਗਈ ਜਦੋਂ ਉਹ ਲਾਹੌਰ ਤੋਂ ਤੁਰਨ ਨੂੰ ਤਿਆਰ ਹੋ ਚੁੱਕਿਆ ਸੀ। ਇੱਕ ਤਾਂ ਉਸ ਵੇਲੇ ਪੜਤਾਲ ਕਰਕੇ ਸੱਚ ਝੂਠ ਦਾ ਨਿਰਣਾ ਉਂਝ ਹੀ ਔਖਾ ਸੀ। ਗੋਂਦਵਾਲ ਬੰਦੇ ਭੇਜ ਕੇ ਪੁੱਛ ਪੜਤਾਲ ਕਰਨਾ ਜਾਂ ਉੱਥੋਂ ਉਗਾਹ ਮੰਗਾਉਣ ਵਿੱਚ ਚੋਖੀ ਦੇਰ ਲੱਗਣੀ ਸੀ। ਓਨੀ ਦਿਨੀ ਆਵਾਜਾਈ ਦੇ ਸਾਧਨ ਜੋ ਅਜਿਹੇ ਸਨ, ਉਹ ਇੰਨਾ ਚਿਰ ਹੋਰ ਲਾਹੌਰ ਠਹਿਰਨਾ ਨਹੀਂ ਸੀ ਚਾਹੁੰਦਾ। ਦੂਜੇ, ਉਹ ਤਾਂ ਅੱਗੇ ਹੀ ਗੁਰੂ ਜੀ ਦੇ ਵਿਰੁੱਧ ਚਿਰਾਂ ਤੋਂ ਸੋਚੀ ਮਿੱਥੀ ਕਾਰਵਾਈ ਕਰਨ ਦਾ ਬਹਾਨਾ ਭਾਲਦਾ ਸੀ। ਉਸ ਨੇ ਇਸ ਰਿਪੋਰਟ ਨੂੰ ਕਿਸੇ ਪ੍ਰਕਾਰ ਦੀ ਪੁੱਛ ਪੜਤਾਲ ਜਾਂ ਖੋਜ ਵਿਹਾਰ ਕੀਤੇ ਬਿਨਾਂ ਇਨ-ਬਿਨ ਤੇ ਪੂਰੇ ਤੌਰ 'ਤੇ ਸੱਚੀ ਮੰਨ ਲਿਆ। ਜੇ ਉਸ ਦਾ ਮਨ ਪਹਿਲਾਂ ਹੀ ਗੁਰੂ ਜੀ ਦੇ ਵਿਰੁੱਧ ਨਾ ਬਣਿਆ ਹੁੰਦਾ ਤਾਂ ਉਹ ਲਾਹੌਰ ਦਿੱਲੀ ਜਾਣ ਸਮੇਂ ਗੋਂਦਵਾਲ ਵਿੱਚ ਦੀ ਲੰਘਣ ਲੱਗਦਾ ਪੜਤਾਲ ਕਰ ਸਕਦਾ ਸੀ। ਪਰ ਉਸ ਨੇ ਇਸ ਰਿਪੋਰਟ ਨੂੰ ਅੱਲਾ ਦੀ ਘੱਲੀ ਸਮਝ ਕੇ ਕਬੂਲਿਆ ਅਤੇ ਫਤਵਾ ਦੇ ਦਿੱਤਾ। ਉਹ ਲਿਖਦਾ ਹੈ, ਜਦੋਂ ਇਹ ਗੱਲ ਮੇਰੇ ਕੰਨੀ ਪਈ ਤਾਂ ਮੈਂ ਤਾਂ ਅੱਗੇ ਹੀ ਉਸ ਦੇ ਝੂਠ ਤੇ ਕੁਫਰ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਹੁਕਮ ਦਿੱਤਾ ਕਿ ਉਸ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਉਸ ਦਾ ਘਰ-ਘਾਟ ਅਤੇ ਬੱਚੇ ਮੈਂ ਮੁਰਤਜ਼ਾ ਖਾਂ ਨੂੰ ਇਨਾਇਤ ਕਰ ਦਿੱਤੇ ਅਤੇ ਉਸ ਦੀ ਜਾਇਦਾਦ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਜਾਨੋਂ ਮਾਰ ਦਿੱਤਾ ਜਾਵੇ। ਹੁਕਮ ਤਾਂ ਦਿੱਤਾ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰੋ, ਪਰ ਆਪ ਗੁਰੂ ਜੀ ਦੀ ਗ੍ਰਿਫਤਾਰੀ ਤੇ ਪੇਸ਼ੀ ਤੋਂ ਪਹਿਲਾਂ ਹੀ ਉਹਨਾਂ ਦਾ ਮਾਮਲਾ ਆਪਣੇ ਅਹਿਲਕਾਰਾਂ ਦੇ ਹਵਾਲੇ ਕਰਕੇ ਦਿੱਲੀ ਨੂੰ ਤੁਰ ਗਿਆ। ਗੁਰੂ ਜੀ ਨੂੰ ਅਸਹਿ ਤੇ ਅੱਕੇ ਕਸ਼ਟ ਦੇ ਕੇ ਸ਼ਹੀਦ ਕਰਨ ਦਾ ਕੰਮ ਚੰਦੂ ਨਾਮੇ ਅਹਿਲਕਾਰ ਨੇ ਆਪਣੇ ਜ਼ਿੰਮੇ ਲੈ ਲਿਆ। ਉਸ ਨੂੰ ਗੁਰੂ ਜੀ ਨਾਲ ਚਿਰੋਕਾ ਵੈਰ ਸੀ। ਉਹ ਇਸ ਤਰ੍ਹਾਂ ਕਿ ਉਸ ਦੀ ਧੀ ਦਾ ਸਾਕ ਉਸ ਦੇ ਘਰ ਪੁਰੋਹਿਤ ਨੇ ਗੁਰੂ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ ਸੀ ਤਾਂ ਉਹ ਅੱਗੋਂ ਗੁੱਸੇ ਹੋ ਕੇ ਬੋਲਿਆ ਸੀ, ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣੀ ਚਾਹੁੰਦਾ ਹਾਂ। ਇਸ ਤਰ੍ਹਾਂ ਉਸ ਨੇ ਆਪਣੇ ਘਰਾਣੇ ਨੂੰ ਚੁਬਾਰਾ ਤੇ ਗੁਰੂ ਜੀ ਦੇ ਘਰਾਣੇ ਨੂੰ ਮੋਰੀ ਕਹਿ ਕੇ ਗੁਰੂ ਘਰ ਦੀ ਸਖਤ ਬੇਅਦਬੀ ਕੀਤੀ। ਮਗਰੋਂ ਉਹ ਪੁਰੋਹਿਤ ਦੀ ਤਜਵੀਜ਼ ਮੰਨਣ ਨੂੰ ਤਿਆਰ ਹੋ ਪਿਆ। ਦਿੱਲੀ ਦੀ ਸੰਗਤ ਨੇ ਚੰਦੂ ਦੇ ਇਹ ਦੁਰਬਚਨ ਸੁਣੇ ਤੇ ਗੁਰੂ ਜੀ ਨੂੰ ਬੇਨਤੀ ਪੱਤਰ ਭੇਜਿਆ ਕਿ ਚੰਦੂ ਦੀ ਧੀ ਦਾ ਸਾਕ ਨਾ ਲਿਆ ਜਾਵੇ। ਗੁਰੂ ਜੀ ਨੇ ਸੰਗਤ ਦੀ ਬੇਨਤੀ ਮੰਨ ਲਈ ਤੇ ਸਾਕ ਲੈਣੋਂ ਨਾਂਹ ਕਰ ਦਿੱਤੀ। ਚੰਦੂ ਲਾਹੌਰ ਦਾ ਵਸਨੀਕ ਸੀ ਤੇ ਦਿੱਲੀ ਦਰਬਾਰ ਵਿੱਚ ਅਹਿਲਕਾਰ ਸੀ। ਉਸਨੇ ਆਪਣਾ ਅਸਰ ਰਸੂਖ ਵਰਤ ਕੇ ਗੁਰੂ ਜੀ ਨੂੰ ਆਪਣੇ ਹਵਾਲੇ ਕਰਾ ਲਿਆ। ਗੱਲ ਕਿਵੇਂ ਵੀ ਹੋਵੇ, ਚੰਦੂ ਨੇ ਗੁਰੂ ਜੀ ਨੂੰ ਕਸ਼ਟ ਦੇਣੇ ਸ਼ੁਰੂ ਕੀਤੇ। ਅੱਤ ਦੀ ਗਰਮੀ ਦੀ ਰੁੱਤ ਸੀ। ਪਹਿਲੇ ਦਿਨ ਅੰਨ ਪਾਣੀ ਕੁਝ ਨਾ ਦਿੱਤਾ ਅਤੇ ਨਾ ਹੀ ਉਹਨਾਂ ਨੂੰ ਸੌਣ ਦਿੱਤਾ, ਪਰ ਨਾਮ ਦੇ ਆਸਰੇ ਜਿਉਣ ਵਾਲੇ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਰਹੇ। ਦੂਜੇ ਦਿਨ ਉਹਨਾਂ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ ਤੇ ਹੇਠਾਂ ਹੋਰ ਅੱਗ ਬਾਲੀ ਗਈ। ਫਿਰ ਉਬਲਦੇ ਪਾਣੀ ਨਾਲ ਹੋਰ ਵੀ ਕੋਮਲ ਹੋ ਚੁੱਕੇ ਆਪ ਦੇ ਕੋਮਲ ਸਰੀਰ ਉੱਪਰ ਤੱਤੀ ਰੇਤ ਪਾਈ ਗਈ। ਤੀਜੇ ਦਿਨ ਆਪ ਜੀ ਨੂੰ ਤੱਤੀ ਲੋਹ 'ਤੇ ਬਿਠਾ ਕੇ ਹੇਠਾਂ ਅੱਗ ਬਲਦੀ ਰੱਖੀ ਗਈ ਤੇ ਉੱਪਰੋਂ ਤੱਤੀ ਭਗਦੀ ਰੇਤ ਸਰੀਰ 'ਤੇ ਪਾਈ ਗਈ। ਇਹਨਾਂ ਕਸ਼ਟਾਂ ਦੇ ਕਾਰਨ ਗੁਰੂ ਜੀ ਦਾ ਸਰੀਰ ਛਾਲੋ ਛਾਲੀ ਹੋ ਕੇ ਅਤ ਨਿਰਬਲ ਹੋ ਗਿਆ। ਅੰਤ ਨੂੰ ਉਹਨਾਂ ਨੂੰ ਹੋਰ ਕਸ਼ਟ ਦੇਣ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਸੁਟਵਾ ਦਿੱਤਾ। ਉਹਨਾਂ ਦੇ ਸਰੀਰ ਵਿੱਚ ਹੋਰ ਕਸ਼ਟ ਸਹਾਰਨ ਦੀ ਅਤੇ ਭਰੇ ਦਰਿਆ ਦੇ ਰੋੜ ਦਾ ਟਾਕਰਾ ਕਰਨ ਦੀ ਸ਼ਕਤੀ ਨਹੀਂ ਸੀ ਰਹਿ ਗਈ। ਸਰੀਰ ਨੂੰ ਦਰਿਆ ਰੋੜ ਕੇ ਲੈ ਗਿਆ ਅਤੇ ਗੁਰੂ ਜੀ ਧਰਮ ਦੀ ਖਾਤਰ ਅਸਹਿ ਤੇ ਅੱਕੇ ਕਸ਼ਟ ਝੱਲ ਕੇ ਅਤੇ ਕਰਤਾਰ ਦਾ ਭਾਣਾ ਮਿੱਠਾ ਮੰਨ ਕੇ ਮੰਨਦੇ ਹੋਏ ਸ਼ਹੀਦ ਹੋ ਗਏ। ਇਹ ਸਾਕਾ ਜੇਠ ਸੁਦੀ ਚੌਥ ਇੱਕ ਹਾੜ ਸੰਮਤ 1663 ਮੁਤਾਬਕ 30 ਮਈ ਸੰਨ 1606 ਨੂੰ ਹੋਇਆ। ਰਾਵੀ ਓਨੀ ਦਿਨੀ ਕਿਲੇ ਦੇ ਨਾਲ ਲਗਵੀਂ ਵਗਦੀ ਸੀ। ਜਿਸ ਥਾਂ ਗੁਰੂ ਜੀ ਦੀ ਦੇਹ ਨੂੰ ਦਰਿਆ ਵਿੱਚ ਸੁੱਟਿਆ ਗਿਆ, ਉਸ ਥਾਂ ਮਗਰੋਂ ਗੁਰਦੁਆਰਾ ਡੇਰਾ ਸਾਹਿਬ ਬਣਿਆ।
ਉੱਥੇ ਹਰ ਸਾਲ ਜੇਠ ਸੁਦੀ ਚੌਥ ਨੂੰ ਬਹੁਤ ਭਾਰਾ ਜੋੜ ਮੇਲਾ ਹੋਇਆ ਕਰਦਾ ਸੀ। ਉਹ ਗੁਰਦੁਆਰਾ ਹੁਣ ਪਾਕਿਸਤਾਨ ਵਿੱਚ ਹੈ ਅਤੇ ਬੰਦ ਪਿਆ ਹੈ। ਬਾਦਸ਼ਾਹ ਵੱਲੋਂ ਸੱਦਾ ਪੁੱਜਣ 'ਤੇ ਗੁਰੂ ਜੀ ਜਾਣ ਗਏ ਸਨ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ। ਇਸ ਕਰਕੇ ਲਾਹੌਰ ਵੱਲ ਤੁਰਨ ਲੱਗੇ ਆਪ ਆਗਿਆ ਕਰ ਗਏ ਸਨ ਕਿ ਸਾਡੇ ਜਾਣ ਮਗਰੋਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ। ਇਹ ਰਸਮ ਜੇਠ ਵੱਦੀ 14 28 ਜੇਠ ਸੰਮਤ 1663 ਮੁਤਾਬਕ 25 ਮਈ ਸੰਨ 1606 ਨੂੰ ਕੀਤੀ ਗਈ।